स्टूडेंट्स पिछली वीडियो ਦੇ ਵਿੱਚ ਆਪਾਂ ਐਡਵਾਂਟੇजेस ਕੀਤੇ ਸੀ। ਨੈਕਸਟ ਆਪਾਂ ਲਿਮਿਟੇਸ਼ਨਸ ਕਰਨੇ ਨੇ। ਸਭ ਤੋਂ ਪਹਿਲੀ ਲਿਮਿਟੇਸ਼ਨ ਆਉਂਦੀ ਹੈ ਪਰਮਿਟਸ ਆਲਟਰਨੇਟਿਵ ਟ੍ਰੀਟਮੈਂਟ। ਆਲਟਰਨੇਟਿਵ ਦਾ ਮਤਲਬ ਹੁੰਦਾ ਇੱਕ ਤੋਂ ਵੱਧ ਕੋਈ ਵੀ ਮੈਥਡ ਆਪਾਂ ਯੂਜ਼ ਕਰ ਸਕਦੇ ਹਾਂ। ਦੇਖੋ ਰਾਜੇ, ਹਜੇ ਤੱਕ ਤੁਸੀਂ ਪ੍ਰਿੰਸੀਪਲਸ ਵਗੈਰਾ ਆਪਾਂ ਸਟੱਡੀ ਨਹੀਂ ਕੀਤੇ ਹੈਗੇ। ਬੇਸਿਕਲੀ ਪ੍ਰਿੰਸੀਪਲਸ ਦੀ ਗੱਲ ਕੀਤੀ, ਆਪਾਂ ਅੱਗੇ ਜਾ ਕੇ ਸਟੱਡੀ ਕਰਨੇ ਆ। ठीक है, ਇਹਦਾ ਮਤਲਬ ਇਹ ਹੈ ਕਿ ਆਪਣੇ ਕੋਲ ਬਹੁਤ ਸਾਰੇ ਪ੍ਰਿੰਸੀਪਲਸ ਨੇ। ਜੇ ਮੰਨ ਲਓ ਆਪਾਂ ਇੱਕ ਪ੍ਰਿੰਸੀਪਲਸ ਨੂੰ ਛੱਡ ਦਿੰਦੇ ਹਾਂ, ਦੂਜਾ ਅਪਣਾ ਲਾਂਗੇ, ਦੂਸਰਾ ਅਪਣਾ ਲਾਂਗੇ, ਤੀਜਾ, ਇਸ ਤਰ੍ਹਾਂ ਮੈਥਡਸ ਹੁੰਦੇ ਨੇ। ਇੱਕ ਮੈਥਡ ਅਪਣਾ ਲਿਆ, ਫਿਰ ਦੂਸਰਾ ਮੈਥਡ, ਤੀਸਰਾ, ਅਤੇ ਹਰੇਕ ਮੈਥਡ ਦੇ ਨਾਲ ਜਿਹੜਾ ਰਿਜ਼ਲਟ ਆ ਓਬਵੀਅਸ ਜੀ ਗੱਲ ਆ ਉਹ ਅਲੱਗ ਅਲੱਗ ਨਿਕਲੇਗਾ। ਹੁਣ ਜਿਵੇਂ ਐਗਜ਼ਾਮਪਲ ਸੀਗੀ ਤੁਹਾਡੇ ਇੱਥੇ ਕਿ ਕਲੋਜ਼ਿੰਗ ਸਟਾਕ ਹੈ, ਉਹਨੂੰ ਅਕਾਊਂਟਿੰਗ ਦੇ ਵਿੱਚ ਬਹੁਤ ਸਾਰੇ ਤਰੀਕਿਆਂ ਨਾਲ ਆਪਾਂ ਟਰੀਟਮੈਂਟ ਕਰ ਸਕਦੇ, ਉਹਦੀ ਵੈਲਿਊ ਕਰ ਸਕਦੇ ਹਾਂ। ਫੀਫੋ ਮੈਥਡ ਹੈ, ਲੀਫੋ ਮੈਥਡ ਹੈ, ਐਵਰੇਜ ਪ੍ਰਾਈਸ ਮੈਥਡ ਹੈ, ਸਟੈਂਡਰਡ ਪ੍ਰਾਈਸ ਮੈਥਡ ਹੈ, ਪਰ ਰਿਜ਼ਲਟਸ ਕੀ ਆਉਣਗੇ ਹਰੇਕ ਨਾਲ ਅਲੱਗ ਅਲੱਗ ਆਉਣਗੇ। ਅਤੇ ਇਟ ਮੀਨਸ ਕਿ ਇੱਕ ਮਤਲਬ ਇਹਦੇ ਵਿੱਚ ਕੀ ਆ, ਅਕਾਊਂਟਿੰਗ ਦੇ ਵਿੱਚ ਵੀ ਇੱਕ ਮਤਲਬ ਆਪਾਂ ਟ੍ਰਾਂਜੈਕਸ਼ਨ ਦੇ ਟਰੀਟਮੈਂਟ ਬਹੁਤ ਜ਼ਿਆਦਾ ਨੇ, ਅਤੇ ਹਰੇਕ ਦੇ ਟਰੀਟਮੈਂਟ ਲਗਾਉਣ ਦੇ ਨਾਲ ਰਿਜ਼ਲਟਸ ਵੀ ਅਲੱਗ ਅਲੱਗ ਆਉਂਦੇ ਨੇ, ਜਿਹਦੇ ਕਰਕੇ ਸਾਡੇ ਜਿਹੜਾ ਕਨਕਲੂਜ਼ਨ ਆ ਸਫਰ ਹੋ ਸਕਦਾ ਹੈਗਾ। ਸੈਕਿੰਡ ਆ ਗਿਆ ਇਨਫਲੂਐਂਸਡ ਬਾਏ ਪਰਸਨਲ ਜਜਮੈਂਟ। ਇਹਦੇ ਵਿੱਚ ਕੀ ਆਏਗਾ ਕਿ ਜਦੋਂ ਵੀ ਆਪਾਂ ਅਕਾਊਂਟਸ ਪ੍ਰੀਪੇਅਰ ਕਰਦੇ ਹਾਂ ਤਾਂ ਉਹਦੇ ਵਿੱਚ ਬੇਸਿਕਲੀ ਪਰਸਨਲ ਜਜਮੈਂਟ ਜਿਹੜਾ ਕੈਸ਼ੀਅਰ ਹੁੰਦਾ ਉਹਦੇ ਐਸਟੀਮੇਟਸ ਬਹੁਤ ਹੁੰਦੇ ਨੇ। ਠੀਕ ਹੈ, ਐਸਟੀਮੇਟਸ ਲੈ ਕੇ ਚੱਲਦੇ ਨੇ, ਉਹਦੀ ਪਰਸਨਲ ਜਜਮੈਂਟ ਲੈ ਕੇ ਚੱਲਦੀ ਹੈ, ਜਿਹਦੇ ਕਰਕੇ ਆਪਾਂ ਜਿਹੜੀ ਐਕੂਰੇਸੀ ਜਿਹੜਾ ਵਰਡ ਹੈ ਯਾਨੀ ਕਿ ਸਹੀ ਮਾਇਨੇ ਦੇ ਵਿੱਚ ਕੀ ਮਤਲਬ ਆਪਣੀ ਰਿਜ਼ਲਟ ਜਿਹੜਾ ਆਇਆ ਹੈਗਾ ਉਹ ਅਸੀਂ ਉਹਨੂੰ ਮੈਜਰ ਨਹੀਂ ਕਰ ਸਕਦੇ ਗੇ। ਹੁਣ ਜਿਵੇਂ ਆਪਾਂ ਐਗਜ਼ਾਮਪਲ ਲੈਂਦੇ ਹਾਂ ਡੈਪਰੀਸ਼ੀਏਸ਼ਨ ਦੀ। ਠੀਕ ਹੈ, ਡੈਪਰੀਸ਼ੀਏਸ਼ਨ ਹੁੰਦਾ ਘਿਸਾਵਟ। ਜਦੋਂ ਵੀ ਆਪਾਂ ਕਿਸੇ ਫਿਕਸ ਐਸਟ ਨੂੰ ਯੂਜ਼ ਕਰਦੇ ਹਾਂ ਤਾਂ ਉਹਦੀ ਵੈਲਿਊ ਡਿਕਰੀਜ਼ ਹੁੰਦੀ ਰਹਿੰਦੀ ਹੈ, ਤਾਂ ਉਹਨੂੰ ਆਪਾਂ ਡੈਪਰੀਸ਼ੀਏਸ਼ਨ ਦਾ ਨਾਮ ਦਿੰਦੇ, ਜਿੰਨੀ ਵੈਲਿਊ ਡਿਕਰੀਜ਼ ਹੁੰਦੀ ਹੈ। ਉਹ ਡੈਪਰੀਸ਼ੀਏਸ਼ਨ ਇੱਕ ਪਰਸਨਲ ਜਜਮੈਂਟ ਹੈ ਵੀ ਕਿੰਨੀ ਕੁ ਅਸੀਂ ਡੈਪਰੀਸ਼ੀਏਟ ਹੁੰਦੀ ਹੈ। ਕੋਈ ਮਸ਼ੀਨਰੀ ਹੈ ਜੇ ਆਪਾਂ ਹੁਣ ਲਗਾਤਾਰ ਯੂਜ਼ ਕਰ ਰਹੇ ਹਾਂ ਤਾਂ ਉਹ ਪਰਸਨਲ ਜਜਮੈਂਟ ਕਰਦੇ ਹਾਂ ਆਪਾਂ ਵੀ ਡੈਪਰੀਸ਼ੀਏਸ਼ਨ ਜਿਹੜਾ ਵੀ 10% ਹੋ ਸਕਦਾ, 5% ਹੋ ਸਕਦਾ, 2%। ਉਹ ਹੁਣ ਐਕਚੁਅਲ ਦੇ ਵਿੱਚ ਓਨੀ ਹੋ ਰਹੀ ਹੈ ਨਹੀਂ ਹੋ ਰਹੀ ਹੈ ਉਹ ਆਪਾਂ ਨੂੰ ਪਤਾ ਨਹੀਂ ਲੱਗਦਾ ਹੈਗਾ। ਇੱਥੇ ਆਪਣਾ ਜਿਹੜਾ ਡਿਸੀਜ਼ਨ ਆ ਉਹ ਪਰਸਨਲ ਜਜਮੈਂਟ 'ਤੇ ਹੀ ਡਿਪੈਂਡ ਹੋ ਗਿਆ ਹੈਗਾ। ਨੈਕਸਟ ਆ ਗਿਆ ਇਗਨੋਰ ਨਾਨ ਮੋਨੇਟਰੀ ਇਨਫੋਰਮੇਸ਼ਨ। ਆਪਾਂ ਪਹਿਲਾਂ ਪਿੱਛੇ ਵੀ ਗੱਲ ਕੀਤੀ ਸੀ ਕਿ ਅਕਾਊਂਟਸ ਦੇ ਵਿੱਚ ਸਿਰਫ ਉਹੀ ਆਈਟਮਸ ਹੀ ਇਨਕਲੂਡ ਹੁੰਦੀਆਂ ਨੇ ਜਿਹੜੀਆਂ ਨੂੰ ਆਪਾਂ ਮਨੀ ਦੀ ਫੋਰਮ ਦੇ ਵਿੱਚ ਮੈਜਰ ਕਰ ਸਕਦੇ ਹਾਂ। ਠੀਕ ਹੈ, ਇਹਦੇ ਵਿੱਚ ਜਿਹੜੀਆਂ ਨਾਨ ਮੋਨੇਟਰੀ ਆਈਟਮਸ ਨੇ ਉਹਨਾਂ ਨੂੰ ਆਪਾਂ ਇਹਦੇ ਵਿੱਚ ਮਤਲਬ ਅਕਾਊਂਟਿੰਗ ਦੇ ਵਿੱਚ ਸ਼ੋਅ ਨਹੀਂ ਕਰਦੇ ਹੈਗੇ। ਹੁਣ ਜਿਵੇਂ ਨਾਨ ਮੋਨੇਟਰੀ ਦੇ ਵਿੱਚ ਆ ਗਿਆ, ਕਿਸੇ ਨੇ ਬਹੁਤ ਵਧੀਆ ਕੰਮ ਕੀਤਾ, ਹਾਰਡ ਵਰਕ ਨਾਲ ਕੀਤਾ, ਸੱਚਾਈ ਨਾਲ ਕੀਤਾ, ਲੋਇਲਟੀ ਨਾਲ ਕੀਤਾ, ਇੰਟਰਸਟ ਨਾਲ ਕੀਤਾ। ਇਹ ਚੀਜ਼ਾਂ ਜਿਹੜੀਆਂ ਨੇ ਉਹ ਮਨੀ ਦੀ ਫੋਰਮ 'ਚ ਕਾਊਂਟ ਨਹੀਂ ਹੁੰਦੀਆਂ, ਜਿਹਨਾਂ ਨੂੰ ਆਪਾਂ ਅਕਾਊਂਟਸ ਦੇ ਵਿੱਚ ਮਤਲਬ ਸ਼ੋਅ ਨਹੀਂ ਕਰਦੇ ਹੈਗੇ। ਨੈਕਸਟ ਆ ਗਿਆ ਡਜ਼ਨਟ ਪ੍ਰੋਵਾਈਡ ਟਾਈਮਲੀ ਇਨਫੋਰਮੇਸ਼ਨ। ਸਾਨੂੰ ਟਾਈਮ 'ਤੇ ਇਨਫੋਰਮੇਸ਼ਨ ਨਹੀਂ ਪ੍ਰੋਵਾਈਡ ਕਰਦਾ। ਬੇਸਿਕਲੀ ਜਦੋਂ ਵੀ ਆਪਾਂ ਅਕਾਊਂਟਸ ਪ੍ਰੀਪੇਅਰ ਕਰਦੇ ਹਾਂ ਫਾਈਨੈਂਸ਼ੀਅਲ ਈਅਰ ਦੇ ਅਕੋਰਡਿੰਗ ਕਰਦੇ ਹਾਂ। ਠੀਕ ਹੈ, ਫਾਈਨੈਂਸ਼ੀਅਲ ਈਅਰ ਜਿਵੇਂ 1 ਅਪ੍ਰੈਲ ਨੂੰ ਸਟਾਰਟ ਹੁੰਦਾ, 31 ਨੂੰ ਕੰਪਲੀਟ ਹੁੰਦਾ ਹੈਗਾ। ਅਤੇ ਜਦੋਂ ਵੀ ਆਪਾਂ ਨੂੰ ਆਪਣੀ ਗਲਤੀ ਪਤਾ ਲੱਗਦੀ ਹੈ ਜਾਂ ਕੁਛ ਵੀ ਪਤਾ ਲੱਗਦਾ ਹੈਗਾ, ਜਦ ਤੱਕ ਉਹ ਟਾਈਮ ਨਿਕਲ ਚੁੱਕਿਆ ਹੁੰਦਾ ਹੈਗਾ, ਅਸੀਂ ਯਾਨੀ ਕਿ ਕਹਿਣ ਦਾ ਮਤਲਬ ਇਹ ਹੈ ਕਿ ਆਪਾਂ ਨੂੰ ਜਿਹੜੀ ਇਨਫੋਰਮੇਸ਼ਨ ਆ ਉਹ ਟਾਈਮ 'ਤੇ ਨਹੀਂ ਮਿਲਦੀ। ਜਦੋਂ ਉਹ ਸਮਾਂ ਲੰਘ ਜਾਂਦਾ ਹੈ ਬਾਅਦ 'ਚ ਪਤਾ ਲੱਗਦਾ ਕਿ ਇਨ ਫਿਊਚਰ ਦੇ ਪਾਸਟ ਵਿੱਚ ਆਪਾਂ ਇਹ ਚੀਜ਼ ਕੀਤੀ ਹੈ। ਫੋਰ ਐਗਜ਼ਾਮਪਲ ਦਿੱਤੀ ਹੈ, ਕਹਿੰਦੇ ਬਿਜ਼ਨਸ ਦੇ ਵਿੱਚ ਮੰਨ ਲਓ ਕਰੰਟ ਈਅਰ ਦਾ ਬਜਟ ਬਣਾਇਆ ਸੀ ਵੀ ਸੇਲਸ ਜਿਹੜੀਆਂ ਨੇ ਉਹ ਹੋਣਗੀਆਂ 12 ਲੱਖ ਦੀਆਂ। ਠੀਕ ਹੈ, ਉਸ ਸਮੇਂ ਟਾਰਗੇਟ ਰੱਖਿਆ ਗਿਆ ਬਜਟ ਦੇ ਵਿੱਚ ਕਿ ਸੇਲ ਹੋਣਗੀਆਂ 12 ਲੱਖ ਦੀਆਂ। ਹੁਣ ਪਹਿਲੇ ਮਹੀਨੇ ਸਾਲ ਦੇ ਪਤਾ ਲੱਗਿਆ ਕਿ 1 ਲੱਖ ਦੀਆਂ ਸੇਲਸ ਜਿਹੜੀਆਂ ਹੋ ਸਕਦੀਆਂ ਨੇ, 1 ਸਾਲ ਤਾਂ ਹੋਣੀਆਂ ਚਾਹੀਦੀਆਂ ਨੇ ਘੱਟੋ ਘੱਟ। ਜੇ 12 ਲੱਖ ਆਪਾਂ ਸਾਲ ਦਾ ਕਹਿ ਰਹੇ ਹਾਂ ਸੇਲਸ ਹੋਣਗੀਆਂ ਤਾਂ ਮਹੀਨੇ ਦੀਆਂ ਘੱਟੋ ਘੱਟ 1 ਲੱਖ ਜਾਂ ਇਸ ਤੋਂ ਵੱਧ ਹੋਣਗੀਆਂ। ਠੀਕ ਹੈ, ਹੁਣ ਕਹਿਣ ਦਾ ਮਤਲਬ ਕੀ ਹੈ ਕਿ ਹੁਣ ਜਦੋਂ 12 ਮਹੀਨੇ ਪੂਰੇ ਕੰਪਲੀਟ ਹੋ ਜਾਣਗੇ ਫਿਰ ਜਾ ਕੇ ਤੁਹਾਨੂੰ ਪਤਾ ਲੱਗੂਗਾ ਵੀ ਤੁਹਾਡੀਆਂ 12 ਲੱਖ ਦੀਆਂ ਸੇਲਸ ਹੋਈਆਂ ਜਾਂ ਨਹੀਂ ਹੋਈਆਂ। ਉਦੋਂ ਤੱਕ ਬਾਅਦ ਤੁਸੀਂ ਕੁਛ ਵੀ ਨਹੀਂ ਕਰ ਸਕਦੇ ਗੇ। ਨੈਕਸਟ ਆ ਗਿਆ ਡਜ਼ਨਟ ਪ੍ਰੋਵਾਈਡ ਡਿਟੇਲਡ ਐਨਾਲਿਸਿਸ। ਇਹਦੇ ਵਿੱਚ ਆਪਾਂ ਨੂੰ ਡਿਟੇਲ 'ਚ ਕੋਈ ਇਨਫੋਰਮੇਸ਼ਨ ਨਹੀਂ ਮਿਲਦੀ ਹੈਗੀ ਜਦੋਂ ਵੀ ਤੁਸੀਂ ਅਕਾਊਂਟਸ ਕਹਿੰਦੇ ਤਿਆਰ ਕਰਦੇ ਹੋ। ਠੀਕ ਹੈ, ਉਹਦੇ ਵਿੱਚ ਡਿਟੇਲ ਦੇ ਵਿੱਚ ਆਪਾਂ ਨੂੰ ਇਨਫੋਰਮੇਸ਼ਨ ਜਿਹੜੀ ਆ ਉਹ ਨਹੀਂ ਮਿਲਦੀ। ਸਿਰਫ ਆਪਾਂ ਪ੍ਰੋਫਿਟ ਐਂਡ ਲੋਸ ਬਾਰੇ ਪਤਾ ਲੱਗਦਾ ਜਿਹੜੀ ਕਿ ਮੋਨੇਟਰੀ ਟਰਮ ਦੇ ਵਿੱਚ ਹੁੰਦੀ ਹੈ। ਹੁਣ ਜਿਵੇਂ ਐਗਜ਼ਾਮਪਲ ਦਿੱਤੀ ਹੈ, ਕਹਿੰਦੇ ਬਿਜ਼ਨਸ ਨੇ ਮੰਨ ਲਓ ਟੋਟਲ ਪ੍ਰੋਫਿਟ 5 ਲੱਖ ਦਾ ਅਰਨ ਕੀਤਾ ਹੈਗਾ। ਠੀਕ ਹੈ, ਪਿਛਲੇ ਅਕਾਊਂਟਿੰਗ ਈਅਰ ਦੇ ਵਿੱਚ, ਅਤੇ ਉਹਨੇ ਤਿੰਨ ਪ੍ਰੋਡਕਟ ਜਿਹੜੇ ਨੇ ਬਹੁਤ ਮਤਲਬ ਸੇਲ ਕੀਤੇ ਨੇ ਬਹੁਤ ਜ਼ਿਆਦਾ, ਪੈਟਰੋਲ, ਡੀਜ਼ਲ ਐਂਡ ਮੋਬਿਲ ਆਇਲ। ਠੀਕ ਹੈ, ਇਹਦੇ ਨਾਲ ਹੀ ਉਹਨਾਂ ਨੂੰ ਕੀ ਹੋਇਆ ਹੈਗਾ 5 ਲੱਖ ਦਾ ਪ੍ਰੋਫਿਟ ਹੋਇਆ ਹੈਗਾ। ਹੁਣ ਅਕਾਊਂਟਿੰਗ ਨੇ ਸਿਰਫ ਇੰਨਾ ਦੱਸਿਆ ਹੈ ਕਿ 5 ਲੱਖ ਦਾ ਪ੍ਰੋਫਿਟ ਹੋਇਆ ਹੈਗਾ, ਪਰ ਕਿਹੜੇ ਪ੍ਰੋਡਕਟ ਤੋਂ ਕਿਵੇਂ ਹੋਇਆ ਹੈਗਾ ਉਹ ਆਪਾਂ ਨੂੰ ਡਿਟੇਲ ਦੇ ਵਿੱਚ ਮੈਂਸ਼ਨ ਨਹੀਂ ਹੁੰਦਾ ਹੈਗਾ। ਨੈਕਸਟ ਆ ਗਿਆ ਡਜ਼ਨਟ ਡਿਸਕਲੋਜ਼ ਦਾ ਪ੍ਰੈਜੈਂਟ ਵੈਲਿਊ ਆਫ ਦਾ ਬਿਜ਼ਨਸ ਦੀ ਪ੍ਰੈਜੈਂਟ ਵੈਲਿਊ ਕੀ ਹੈਗੀ ਆ। ਪਿੱਛੇ ਪੁਆਇੰਟ ਉਹ 'ਚ ਪੜ੍ਹਿਆ ਸੀ ਨਾ ਕਿ ਜੇਕਰ ਆਪਾਂ ਸੇਲ ਕਰਨਾ, ਪਰਚੇਜ਼ ਕਰਨਾ ਤਾਂ ਆਪਾਂ ਨੂੰ ਵੀ ਵੈਲਿਊ ਜਿਹੜੀ ਆ ਉਹ ਅਕਾਊਂਟਿੰਗ ਤੋਂ ਹੀ ਪਤਾ ਲੱਗਦੀ ਹੈ। ਅਕਾਊਂਟਿੰਗ ਤੋਂ ਪਤਾ ਤਾਂ ਲੱਗਦੀ ਹੈ ਪਰ ਉਹ ਰਾਜੇ ਪ੍ਰੈਜੈਂਟ ਜਿਹੜਾ ਕਰੰਟ ਈਅਰ ਚੱਲ ਰਿਹਾ ਹੈਗਾ ਵੀ ਪ੍ਰੈਜੈਂਟ ਵੈਲਿਊ ਕੀ ਆਪਣੇ ਬਿਜ਼ਨਸ ਦੀ ਉਹ ਆਪਾਂ ਨੂੰ ਪ੍ਰੋਪਰਲੀ ਅਕਾਊਂਟ ਦੇ ਵਿੱਚੋਂ ਪਤਾ ਨਹੀਂ ਲੱਗਦੀ ਗੀ। ਠੀਕ ਹੈ ਜੀ, ਹੋਪ ਸੋ ਤੁਹਾਨੂੰ ਇਹ ਵਾਲਾ ਟੋਪਿਕ ਵੀ ਸਮਝ ਆ ਗਿਆ ਹੋਵੇਗਾ। ਥੈਂਕ ਯੂ।